ਜਿਹੜੀ ਤਸਵੀਰ ਤੁਸੀਂ ਦੇਖ ਰਹੇ ਜੇ ਇਸ ਲੜਕੀ ਦਾ ਨਾਮ ਸਪਨਾ ਵਰਮਾ ਹੈ ਤੇ ਇਹ ਲੜਕੀ ਨੇ ਸੁਸਾਈਡ ਕੀਤੀ ਹੈ। ਕਾਰਨ ਕੀ ਸੀ ਉਹ ਪਰਿਵਾਰ ਸਾਡੇ ਨਾਲ ਮੌਜੂਦ ਹੈ, ਉਹ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਤੁਹਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਵਾਂਗੇ ਕਿ ਇਸ ਲੜਕੀ ਨੇ ਆਖਿਰਕਾਰ ਕਿਉਂ ਆਪਣੀ ਜਾਨ ਦਿੱਤੀ, ਕਾਰਨ ਕੀ ਰਿਹਾ। ਸੁਸਾਈਡ ਨੋਟ ਵੀ ਹੱਥ ਵਿੱਚ ਫੜਿਆ ਹੋਇਆ, ਪਿਤਾ ਦੇ ਹੱਥ ਵਿੱਚ ਸੁਸਾਈਡ ਨੋਟ ਫੜਿਆ ਹੋਇਆ। ਸਭ ਤੋਂ ਵੱਡਾ ਸਵਾਲ ਹੈ ਕਿ ਕਾਰਨ ਕੀ ਰਿਹਾ, ਕਿਉਂਕਿ ਇਹਦੇ ਵਿੱਚ ਸੁਸਾਈਡ ਨੋਟ ਵਿੱਚ ਖਾਸ ਕਰਕੇ ਲਿਖਿਆ ਹੈ ਕਿ ਜਿਸ ਲੜਕੇ ਕਰਕੇ ਮੈਂ ਮਰਨ ਲੱਗੀ ਹਾਂ ਉਹਦਾ ਨਾਮ ਲਿਖਿਆ ਤੇ ਨਾਲ ਇਹ ਵੀ ਲਿਖਿਆ ਕਿ ਮੈਂ ਆਪਣੇ ਪਿਤਾ ਨੂੰ ਜਿਉਂਦੇ ਜੀ ਦੱਸ ਨਹੀਂ ਸਕਦੀ ਕਿ ਮੈਂ ਕਿਉਂ ਮਰਨ ਲੱਗੀ, ਪਰ ਮਰਨ ਤੋਂ ਬਾਅਦ ਮੈਂ ਇਸ ਸੁਸਾਈਡ ਨੋਟ ਦੇ ਵਿੱਚ ਲਿਖ ਕੇ ਜਾ ਰਹੀ ਹਾਂ ਕਿ ਮੇਰਾ ਕੀ ਕਾਰਨ ਹੋਇਆ, ਮੈਂ ਕਾਹਦੇ ਵਾਸਤੇ ਮਰੀ। ਪਿਤਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭੈਣ ਜੀ, ਸਭ ਤੋਂ ਪਹਿਲੇ ਹੌਸਲਾ ਰੱਖੋ, ਅਸੀਂ ਤੁਹਾਡੇ ਬੱਚਿਆਂ ਵਰਗੇ ਹਾਂ, ਹੌਸਲਾ ਰੱਖੋ। ਤਾਂ ਹੋਇਆ ਕੀ ਸੀ, ਥੋੜਾ ਜਿਹਾ ਦੱਸੋ। ਤੁਸੀਂ ਦੱਸੋ ਭਾਜੀ, ਕੀ ਹੋਇਆ ਸੀ ਗੱਲ? सर मेरा नाम अमन वर्मा है, मेरी बेटी सपना वर्मा 100 फुट्टी रोड ਦੇ ਤੇ ਸ਼ਿਵਮ 100 ਫੁੱਟੀ ਰੋਡ ਦੇ ਤੇ ਮੁੰਡੇ ਵਾਲੇ ਜਿਹੜਾ ਲੜਕਾ ਸੀ ਉਹ ਮੇਰੀ ਲੜਕੀ ਦੇ ਨਾਲ ਪਿਆਰ ਕਰਦਾ ਸੀ। ਉਹਨੂੰ ਝਾਸੇ ਦੇ ਵਿੱਚ ਲਿਆ ਕੇ ਉਹਨੇ 1 ਸਾਲ ਤੱਕ ਉਹਦਾ ਬਰਬਾਦ ਕਰ ਦਿੱਤਾ। ਉਸ ਦੇ ਨਾਲ ਉਹਨੇ ਕੀ ਗਲਤ ਹਰਕਤਾਂ ਕੀਤੀਆਂ। ਇਸ ਸਵੇਰੇ ਮੈਂ ਆਪਣੇ ਕਮਰੇ 'ਚ ਲੰਮੇ ਪਿਆ ਸੀ ਤੇ ਮੇਰੀ ਬੇਟੀ ਨੇ ਆ ਕੇ ਮੈਨੂੰ ਸੁਸਾਈਡ ਨੋਟ ਦਿੱਤਾ ਤੇ ਨਾਲ ਮਾਫੀ ਮੰਗੀ। ਕਹਿੰਦੀ ਪਾਪਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹ ਲੜਕੇ ਨੇ ਮੇਰੇ ਨਾਲ ਕੀ ਕੀਤਾ ਹੈ। ਨਹੀਂ, ਇਹ ਜਿਉਂਦੇ ਜੀ ਆਪ ਤੁਹਾਡੇ ਹੱਥ 'ਚ ਦੇ ਕੇ ਗਈ ਸੁਸਾਈਡ? ਹਾਂਜੀ ਜੀ। ਕਹਿੰਦੀ ਪਾਪਾ ਮੈਂ ਨੀਂਦਰ ਦੀਆਂ ਗੋਲੀਆਂ ਖਾ ਲਈਆਂ। ਸ਼ਿਵਮ ਨੰਦਾ ਨਾਂ ਦਾ ਮੁੰਡਾ, ਯੋਗੇਸ਼ ਨੰਦਾ ਉਹਦੇ ਪਿਓ ਦਾ ਨਾਂ ਹੈ। 100 ਫੁੱਟੀ ਰੋਡ ਤੇ ਨੰਦਾ ਹੋਟਲ ਉਹਨਾਂ ਦਾ। ਬਿਲਕੁਲ ਬਿਲਕੁਲ, ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੇ ਕੋਈ ਘਟਨਾਵਾਂ ਜਦੋਂ ਹੁੰਦੀਆਂ ਤੇ ਪੁਲਿਸ ਵੱਲੋਂ ਤੇ ਕਾਰਵਾਈ ਕੀਤੀ ਜਾਂਦੀ ਹੈ। ਹੁਣ ਤੱਕ ਜੇ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਹ ਸਾਰੀ ਦਰਖਾਸਤ ਜਿਹੜੀ ਹੈ ਪੁਲਿਸ ਨੂੰ ਦਿੱਤੀ, ਕਿ ਪੁਲਿਸ ਵੱਲੋਂ ਕੀ ਮਾਮਲਾ ਦਰਜ ਕੀਤਾ ਗਿਆ? ਪੁਲਿਸ ਵੱਲੋਂ ਸਾਰਾ ਮਾਮਲਾ ਜਿਹੜਾ ਹੈ ਐਂਟਰ ਹੋ ਗਿਆ ਤੇ ਅਤੇ ਪਰਚਾ ਕੱਟਿਆ ਗਿਆ। ਸੋ ਅਸੀਂ ਇਹ ਕਹਿ ਸਕਦੇ ਕਿ ਇਸ ਲੜਕੀ ਦੀ ਜੇ ਗੱਲ ਕਰੀਏ ਕਿ ਤੁਹਾਨੂੰ ਜਦੋਂ ਪਹਿਲਾਂ ਹੈਗੀ ਸੀ ਤੁਹਾਡੇ ਕੋਲ, ਹੁਣ ਤੇ ਚਲੋ ਇਹ ਘਾਟਾ ਪੂਰਾ ਨਹੀਂ ਹੋ ਸਕਦਾ, ਪਰ ਜਦੋਂ ਹੈਗੀ ਸੀ ਉਦੋਂ ਤੁਹਾਡੇ ਨਾਲ ਇਹਨੇ ਕੋਈ ਵਾਰਤਾਲਾਪ ਸਾਂਝੀ ਕੀਤੀ ਸੀ ਕਿ ਇਸ ਤਰੀਕੇ ਦੇ ਨਾਲ ਮੈਂ ਪਰੇਸ਼ਾਨੀ ਦੇ ਦੌਰ 'ਚ ਗੁਜ਼ਰਦੀ ਪਈ? ਨਹੀਂ ਜੀ, ਉਹ ਤੇ ਬਹੁਤ ਬਾਜੀ ਸੀ। ਉਹ ਤੇ ਦੂਸਰਿਆਂ ਨੂੰ ਸਮਝਾਉਂਦੀ। ਹੈਰੈਸਮੈਂਟ ਕੀਤਾ ਗਿਆ ਹੈ, ਇੰਨਾ ਟੌਰਚਰ ਕੀਤਾ ਗਿਆ ਹੈ। ਸ਼ਿਵਮ ਨੰਦਾ ਨੇ ਇੰਨਾ ਕੁ ਜ਼ਿਆਦਾ ਉਹਨੂੰ ਟੌਰਚਰ ਕੀਤਾ, ਉਹਨੇ ਪਰੇਸ਼ਾਨ ਹੋ ਗਈ। ਪਤਾ ਨਹੀਂ ਕੀ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ, ਜਿਹੜਾ ਕਿ ਉਹ ਬੇਟੀ ਮੇਰੀ ਨੇ ਮੇਰੇ ਨਾਲ ਗੱਲ ਕਰਕੇ ਆ ਕੇ ਕਿਹਾ ਹੋਇਆ ਕਿ ਪਾਪਾ ਇਸ ਬੰਦੇ ਨੇ ਮੇਰੇ ਨਾਲ ਇੰਨੀਆਂ ਕੁ ਗਲਤ ਹਰਕਤਾਂ ਕੀਤੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹਦੇ ਕੋਲੋਂ ਦੁਖੀ ਹੋ ਕੇ ਹੀ ਮੈਂ ਸੁਸਾਈਡ ਕਰ ਰਹੀ ਹਾਂ ਅਤੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਅਗਰ ਮੈਨੂੰ ਕੁਝ ਹੋ ਜਾਏ ਤਾਂ ਸ਼ਿਵਮ ਨੰਦਾ ਸਾਨੂੰ ਯੋਗੇਸ਼ ਨੰਦਾ 100 ਫੁੱਟੀ ਰੋਡ ਹੋਟਲ ਨੰਦਾ ਦਾ ਮਾਲਕ ਅਰੈਸਟ ਕੀਤਾ ਜਾਵੇ। ਤੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਇਹ ਮੇਰੀ ਨਹੀਂ, ਪੰਜਾਬ ਦੀ ਬੇਟੀ ਹੈ। ਜੀ ਜੀ ਜੀ, ਇਸ ਤਰ੍ਹਾਂ ਜੇ ਹਰ ਇੱਕ ਦੇ ਨਾਲ ਇਸ ਤਰ੍ਹਾਂ ਹੀ ਹੋ ਲੱਗਾ ਤਾਂ ਫਿਰ ਅਸੀਂ ਪ੍ਰਸ਼ਾਸਨ ਤੇ ਕਿਸ ਤਰ੍ਹਾਂ ਵਿਸ਼ਵਾਸ ਕਰਾਂਗੇ? ਹਰ ਇੱਕ ਨਾਲ ਇਸ ਤਰ੍ਹਾਂ ਹੁੰਦਾ ਜਾਏਗਾ। ਸ਼ਾਹੂਕਾਰ ਬੰਦੇ ਜਿਹੜੇ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੈਸੇ ਦੇ ਦੇ ਕੇ ਲੋਕਾਂ ਦੀਆਂ ਮਾਵਾਂ ਧੀਆਂ ਨੂੰ ਇਸ ਤਰ੍ਹਾਂ ਦਾ ਕੰਮ ਕਰਦੇ ਨੇ। ਕੀ ਮੈਂ ਕਹਿੰਦਾ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ, ਇਹਦਾ ਪਰਚਾ ਕੱਟਿਆ ਹੋਇਆ। ਪ੍ਰਸ਼ਾਸਨ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇਨਸਾਫ ਦਿਓ। ਇਹ ਮੇਰੀ ਨਹੀਂ, ਪੰਜਾਬ ਦੀ ਬੇਟੀ ਹੈ। ਮੇਰੇ ਮਾਵਾ ਸਾਰੇ ਮਾਵਾ ਮੈਨੂੰ ਜਿਹੜਾ ਹੈ ਹੱਥ ਜੋੜ ਕੇ ਕਹਿ ਰਹੇ ਆ ਕਿ ਮੈਨੂੰ ਮੇਰੇ ਨਾਲ ਆਓ, ਮੈਨੂੰ ਇਨਸਾਫ ਦਿਓ। ਬਿਲਕੁਲ ਇਨਸਾਫ ਮਿਲੇਗਾ ਜੀ, ਅਸੀਂ ਤੁਹਾਡੇ ਨਾਲ ਖੜੇ ਹਾਂ, ਇਨਸਾਫ ਮਿਲੇਗਾ। ਪਿਤਾ ਨਾਲ ਚਾਹੇ ਕੋਈ ਗੱਲ ਨਾ ਕੀਤੀ ਜਾਵੇ, ਬੇਟੀ ਮਾਂ ਨਾਲ ਹਮੇਸ਼ਾ ਥੋੜੀ ਬਹੁਤੀ ਗੱਲ ਜ਼ਰੂਰ ਕਰ ਦਿੰਦੀ ਹੈ, ਸ਼ੇਅਰ ਕਰਦੀ। ਤੁਹਾਡੇ ਨਾਲ ਕੋਈ ਗੱਲ? ਮੇਰੇ ਨਾਲ ਹਮੇਸ਼ਾ ਖੁਸ਼ ਰਹਿੰਦੀ ਸੀ, ਕਦੀ ਪਰੇਸ਼ਾਨ ਨਹੀਂ ਸੀ ਹੁੰਦੀ। ਜੇ ਕੋਈ ਗੱਲ ਹੋਣੀ ਇਹਨੇ ਮੈਨੂੰ ਦੱਸ ਦੇਣੀ, ਪਰ ਗੱਲ ਕਦੀ ਇਸ ਤਰ੍ਹਾਂ ਦੀ ਹੁੰਦੀ ਨਹੀਂ ਸੀ ਹੁੰਦੀ। ਬਹੁਤ ਜ਼ਿਆਦਾ ਮੇਰੀ ਬੇਟੀ ਨੂੰ ਟੌਰਚਰ ਕੀਤਾ ਗਿਆ। ਉਸ ਰਾਤ ਤੇ ਆ ਬਹੁਤ ਖੁਸ਼ ਹੈ, ਸਾਰਾ ਇਹਨੇ ਕੰਮ ਕੀਤਾ ਵੈ। ਮੈਨੂੰ ਕਹਿੰਦੀ ਮੰਮਾ ਮੈਂ ਸੌਣ ਲੱਗਿਆ। ਮੈਂ ਕਿਹਾ ਠੀਕ ਹੈ ਸੋ ਜਾ, ਪਰ ਮੈਨੂੰ ਕੀ ਪਤਾ ਕਿ ਇਹਨੂੰ ਰਾਤ ਨੂੰ ਕੀ ਹੋਣਾ, ਕੀ ਪ੍ਰੋਬਲਮ ਹੋਣੀ ਹੈ, ਕੀ ਨਹੀਂ ਪ੍ਰੋਬਲਮ ਹੋਣੀ। ਤੇ ਆ ਕੇ ਦੱਸਿਆ ਮੈਨੂੰ 7 ਵਜੇ। ਕਦੋਂ ਪਤਾ ਲੱਗਾ ਸੀ? ਕਿੰਨੇ ਵਜੇ? ਸਵੇਰੇ 6 ਵਜੇ ਇਹਨੂੰ ਮੈਂ ਕਿਹਾ ਤੂੰ ਸੁੱਤੀ ਨਹੀਂ ਹਲੇ? ਤੇ ਕਹਿੰਦੀ ਮੰਮਾ ਸੌ, ਤੁਸੀਂ ਸੋ ਜਾਓ ਮੈਂ ਸੌਣ ਲੱਗੀ ਆ। ਉਹਨੀ ਤੈਨੂੰ ਇੱਥੇ ਬਚਾ ਲਓ ਪਾਪਾ, ਮੈਨੂੰ ਬਚਾ ਲਓ। ਖਾਦਾ ਸੀ ਕੁਛ? ਮੈਂ ਦਵਾਈ ਮੰਗਾ ਰਿਹਾ। ਇਹ ਮੈਨੂੰ ਹਸਨ ਸ਼ੱਕ ਹੈਗਾ ਕਿ ਮੇਰਾ ਇੱਕ ਕਮਰਾ ਜਿਹੜਾ ਵਾ ਗਲੀ ਵਾਲੇ ਪਾਸੇ ਹੈਗਾ। ਸ਼ਿਵਮ ਨੰਦਾ ਰਾਤੀ 1:30-2 ਵਜੇ ਆਇਆ ਵਾ। ਉਸਨੇ
ਡੱਬੀ ਭਰ ਕੇ ਦਵਾਈਆਂ ਦੀ 100% ਮੈਂ ਸ਼ੋਰ ਹੈਗਾ, ਡੱਬੀ ਭਰ ਕੇ ਦਵਾਈਆਂ ਦੀ ਨੀਂਦਰ ਦੀ ਗੋਲੀਆਂ ਮੇਰੀ ਬੇਟੀ ਨੂੰ ਦਿੱਤੀ ਹੈ। ਪਤਾ ਨਹੀਂ ਇਹਨੇ ਕੀ ਦਿਮਾਗ ਖਰਾਬ ਕਰਤਾ ਮੇਰੀ ਬੇਟੀ ਦਾ, ਉਹਨੇ ਖਾ ਲੀਆਂ। ਮਤਲਬ ਤੁਹਾਨੂੰ ਇਹ ਯਕੀਨ ਹੈ ਕਿ ਦੇ ਕੇ ਗਏ ਨੇ? 100% ਸ਼ੋਰ ਹੈ ਕਿ ਇਸ ਨੇ ਮੇਰੀ ਬੇਟੀ ਨੂੰ 1.5 ਘੰਟਾ ਉਹਦੀ ਕਾਲ ਰਿਕਾਰਡ ਨਿਕਾਲੀ ਜਾਵੇ, ਉਹਦੇ ਵਿੱਚ ਸਬੂਤ ਹੈਗਾ 1.5 ਘੰਟਾ ਇਸ ਮੇਰੀ ਬੇਟੀ ਨੂੰ ਹੈਸਮੈਂਟ ਕੀਤਾ ਗਿਆ ਹੈ ਅਤੇ ਗੋਲੀਆਂ ਦੇ ਕੇ ਜਾਂ ਖਾ ਜਾ ਮਰ ਜਾ। ਤੇ ਤੈਸ਼ ਵਿੱਚ ਆ ਗਏ ਉਹਨਾਂ ਟੈਸ਼ ਵਿੱਚ ਆ ਕੇ ਉਹ ਗੋਲੀਆਂ ਖਾ ਗਈ ਹੈ। ਜਿਹੜੀਆਂ ਗੋਲੀਆਂ ਖਾਣ ਤੋਂ ਬਾਅਦ ਉਹ ਬੱਚੀ ਪਰੇਸ਼ਾਨ ਹੋ ਗਈ ਹੈ ਕਿ ਮੈਂ ਕਿਹੜਾ ਕਦਮ ਚੁੱਕ ਲਿਆ। ਇਸ ਕਰਕੇ ਥੱਲੇ ਆ ਕੇ ਉਹਨੇ ਮੈਨੂੰ ਕਿਹਾ ਕਿ ਪਾਪਾ ਇਹਨੇ ਬੰਦੇ ਨੇ ਮੇਰੇ ਨਾਲ ਜੋ ਹਰਕਤਾਂ ਗਲਤ ਕੀਤੀਆਂ, ਮੈਂ ਇੱਕ ਪਿਓ ਧੀ ਦਾ ਰਿਸ਼ਤਾ ਹੋ ਕੇ ਮੈਂ ਤੁਹਾਡੇ ਨਾਲ ਨਹੀਂ ਉਹ ਸ਼ੇਅਰ ਕਰ ਸਕਦੀ। ਇਸ ਕਰਕੇ ਮੈਂ ਸ਼ਿਵਮ ਨੰਦਾ ਕੋ ਦੁਖੀ ਹੋ ਕੇ ਸੁਸਾਈਡ ਕਰ ਰਹੀ ਹੈ ਅਤੇ ਮੇਰੀ ਮੌਤ ਦਾ ਜ਼ਿੰਮੇਵਾਰ ਸ਼ਿਵਮ ਨੰਦਾ ਹੀ ਹੈ। 100 ਫੁੱਟੀ ਰੋਡ ਹੋਟਲ ਨੰਦਾ। ਜੀ ਜੀ ਜੀ। ਆਪਣੇ ਆਪ ਨੂੰ ਅਰਬਪਤੀ ਕਹਾਉਂਦੇ ਹੈ। ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਕਹਿੰਦਾ, ਇਨਕਮ ਟੈਕਸ ਨੂੰ ਕਹਿੰਦਾ ਕਿ ਇਸ ਤਰ੍ਹਾਂ ਹੀ ਜੇ ਕहेंगे ਸਾਰੇ ਜਣੇ ਕਿ ਅਸੀਂ ਅਰਬਪਤੀ ਹੈਗੇ ਹਾਂ, ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ। ਇਹਨਾਂ ਦੇ ਕੋਲ ਦੇਖੋ ਜਰਾ ਜਾ ਕੇ ਇਹ ਕਿਸ ਵਜ੍ਹਾ ਨਾਲ ਹੰਕਾਰ ਦੇ ਵਿੱਚ ਆਏ ਨੇ। ਹੱਥ ਜੋੜ ਕੇ ਇਨਕਮ ਟੈਕਸ ਵਾਲਿਆਂ ਨੂੰ ਮੈਂ ਕਹਿੰਦਾ ਆ ਦੇਖੋ, ਚੈੱਕ ਕਰੋ ਇਹਨਾਂ ਨੂੰ, ਇਹ ਕਾਦੇ ਵਾਸਤੇ ਹੰਕਾਰ ਕਰਦੇ ਨੇ ਆਪਣਾ ਕਿ ਸਾਡੇ ਕੋਲ ਅਰਬਾਂ ਰੁਪਈਏ ਹੈਗੇ। ਅਰਬਾਂ ਰੁਪਈਏ ਹੋਣਗੇ, ਲੇਕਿਨ ਉਹਦੇ ਨਾਲ ਮਤਲਬ ਥੋੜੀ ਹੈ ਕਿ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਫਸਾ ਕੇ ਉਹਨਾਂ ਨੂੰ ਹੇਸਮੈਂਟ ਕਰਕੇ ਤੇ ਅਯਾਸ਼ੀ ਕਰੋਗੇ। ਸਹੀ ਗੱਲ ਹੈ। ਇੱਕ ਮਾਤਾ ਪਿਤਾ ਦੀ ਫਰਿਆਦ ਤੁਸੀਂ ਸੁਣ ਸਕਦੇ ਜੇ ਕਿ ਹਰ ਕੋਈ ਸਿਰਫ ਇਹ ਕਹਿ ਰਿਹਾ, ਜਿਹੜੇ ਇਸ ਵੇਲੇ ਦਰਸ਼ਕ ਵੀ ਸ਼ਾਇਦ ਸਾਨੂੰ ਜਿਹੜੇ ਦੇਖਦੇ ਹੋਣਗੇ ਉਹਨਾਂ ਦੇ ਦਿਲ ਦੇ ਵਿੱਚ ਵੀ ਆਉਂਦਾ ਹੋਏਗਾ ਕਿ ਇਸ ਤਰ੍ਹਾਂ ਮਾਂ-ਬਾਪ ਦਾ ਜਿਹੜਾ ਘਾਟਾ ਹੈ ਉਹ ਸਾਰੀ ਜ਼ਿੰਦਗੀ ਪੂਰਾ ਨਹੀਂ ਹੋ ਸਕਦਾ, ਪਰ ਉਹਨੂੰ ਸਜ਼ਾ ਦਿੱਤੀ ਜਾਵੇ, ਇਹਨਾਂ ਵੱਲੋਂ ਕਹਿਣਾ ਹੈ। ਪੁਲਿਸ ਪ੍ਰਸ਼ਾਸਨ ਨਾਲ ਵੀ ਅਸੀਂ ਜ਼ਰੂਰ ਰਾਬਤਾ ਕਾਇਮ ਕਰਾਂਗੇ। ਜਦੋਂ ਪਹਿਲਾਂ ਆਪਾਂ ਕਹਿ ਦਈਏ ਕਿ ਜੇ 2-4 ਦਿਨ ਇੰਨਾ ਕੁ ਅੰਦਾਜ਼ਾ ਦੱਸਿਆ ਕਿਸੇ ਲੜਕੀ ਤੁਹਾਡੀ ਨੇ ਕਿ ਇੰਨੀ ਦੇਰ ਪਹਿਲਾਂ ਸ਼ੁਰੂਆਤ ਕੀਤੀ ਸੀ ਇਸ ਤਰ੍ਹਾਂ ਮੈਨੂੰ ਹਰਾਸਮੈਂਟ ਕਰਨੀ, ਕਿ ਅਚਾਨਕ ਹੀ ਹਰਾਸਮੈਂਟ? ਉਹ ਬਹੁਤ ਖੁਸ਼ ਸੀ, ਮਤਲਬ ਕਿ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸੀਗੀ ਪਹਿਲੀ। ਉਹ ਉਸ ਰਾਤ ਹੀ ਹੋਇਆ ਜੋ ਹੋਇਆ ਉਹਦੇ ਨਾਲ। 1.5 ਘੰਟੇ ਤੱਕ ਕਾਲ ਰਿਕਾਰਡ ਨਿਕਾਲਾ ਜਾਵੇ। 1.5 ਘੰਟਾ ਇਸ ਬੰਦੇ ਸ਼ਿਵਮ ਨੰਦਾ ਨੇ ਮੇਰੀ ਬੇਟੀ ਨੂੰ ਇੰਨਾ ਕੁ ਜ਼ਿਆਦਾ ਟੌਰਚਰ ਕੀਤਾ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਕਿ ਜਿਹੜੀ ਮੇਰੀ ਬੇਟੀ ਨੇ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਰਿਸ਼ਤੇ ਦੀ ਗੱਲ ਉਹਨੇ ਤੁਹਾਡੀ ਬੇਟੀ ਨੇ ਕਹੀ ਹੋਵੇ ਕਿ ਮੈਂ ਇਹਨਾਂ ਨਾਲ ਰਿਸ਼ਤਾ ਕਰਨਾ ਚਾਹੁੰਦੀ ਹਾਂ, ਇਸ ਤਰ੍ਹਾਂ ਦੀ ਗੱਲ? ਹਾਲ ਤੱਕ ਸ਼ਿਵਮ ਨੰਦਾ ਨੇ ਸ਼ਦਾਈ ਬਣਾਇਆ ਉਸ ਮੇਰੀ ਕੁੜੀ ਨੂੰ ਕਿ ਮੈਂ ਅਗਲੇ ਮਹੀਨੇ ਤੇਰੇ ਨਾਲ ਵਿਆਹ ਕਰ ਲਾਂਗਾ। ਮੇਰੇ ਪਾਪਾ ਨਹੀਂ ਮੰਨਦੇ ਪਏ, ਮੇਰੀ ਮੰਮੀ ਮੰਨਦੀ ਪਈ ਹੈ। ਕਦੀ ਕਹੇਗਾ ਮੇਰੀ ਮੰਮੀ ਮੰਨਦੀ, ਮੇਰੇ ਪਾਪਾ ਨਹੀਂ ਮੰਨਦੇ। ਇਸ ਦਾ ਸਾਫ਼ ਮਤਲਬ ਹੈ ਕਿ ਅਰਬਪਤੀ ਬੰਦਿਆਂ ਨੂੰ ਪੈਸਾ ਮਾਂ ਪਿਓ ਅੱਗੇ, ਇਹ ਬੰਦਾ ਯੋਗੇਸ਼ ਨੰਦਾ ਪੈਸਾ ਦਿੰਦਾ ਸੀ ਅੱਗੇ ਆਪਣੇ ਮੁੰਡੇ ਨੂੰ, ਪੈਸੇ ਦਾ ਤਮਾਸ਼ਾ ਦੇਖ ਕੇ ਕਹਿੰਦਾ ਸੀ ਅੱਲਾ ਫੜ ਤੂੰ ਐਸ਼ ਕਰ। ਇਸ ਦਾ ਮਤਲਬ ਇਹੀ ਹੋ ਗਿਆ ਨਾ ਕਿ ਇਹੋ ਜਿਹਾ ਪਿਓ ਹੋ ਗਿਆ ਜਿਹੜਾ ਆਪਣੀ ਔਲਾਦ ਨੂੰ ਨਹੀਂ ਦੇਖ ਸਕਦਾ ਕਿ ਔਲਾਦ ਕੀ ਕਰ ਰਹੀ ਹੈ। ਉਸ ਦਰਮਿਆਨ ASI ਕਾਬਲ ਸਿੰਘ ਜੀ ਦੇ ਨਾਲ ਅਸੀਂ ਮੁੰਡਾ ਅਰੈਸਟ ਕੀਤਾ। ਉੱਥੇ ਜਾ ਕੇ ਅਸੀਂ ਜਾ ਕੇ ਕਮਰੇ ਦੇ ਵਿੱਚ ਦੇਖਿਆ ਜਿਹੜਾ ਮੁੰਡਾ ਮੈਂ ਅਰੈਸਟ ਕੀਤਾ ਹੁੱਕਾ ਪੀ ਰਿਹਾ ਸੀ, 2 ਮੁੰਡੇ ਉਹਦੇ ਨਾਲ ਹੋਰ ਹੈ। ਮੈਂ ਕਹਿੰਦਾ ਹੈਰਾਨ ਹੋ ਗਿਆ ਮੈਂ ਐਸੇ ਪਿਓ ਦੇ ਅੱਗੇ ਦੇਖ ਕੇ ਕਿ ਮੁੰਡਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਪਿਓ ਦੇ ਸਾਹਮਣੇ ਹੀ। ਇਸ ਦਾ ਮਤਲਬ ਪਿਓ ਨੇ ਛੁੱਟ ਦਿੱਤੀ ਹੋਈ ਹੈ ਕਿ ਜਾਓ ਮੇਰੇ ਕੋਲ ਪੈਸੇ ਹੈਗੇ, ਤੁਸੀਂ ਜੋ ਮਰਜ਼ੀ ਕਰੋ। ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਹੱਥ जोड़ के ਤੁਹਾਨੂੰ ਬੇਨਤੀ ਜੇ अब बचाओ पंजाब नू। अब देखो की हो रहा है। मैं मोदी जी को भी बोलता हूँ, मोदी जी अच्छे दिन आ रहे हैं, ये भारत की बेटी है, देखिए देखिए ये मेरे साथ क्या हो रहा है। मैं एक ज्वेलर्स का काम करता हूँ, अमन वर्मा एंड सन्स के नाम से, इनकम टैक्स पेड हूँ, सब कुछ हूँ, फिर भी कोई सुनवाई नहीं हो रही। क्या है ये? मैं आपको कहूंगा मोदी जी अच्छे दिन आने वाले नहीं, अच्छे दिन आ गए हैं। ये है अच्छे दिन, ये अच्छे दिन देखिए, ध्यान से देखिए। खाना खाने के बाद मोदी जी पढ़िए, देखिए क्या है ये। हाथ जोड़ के कहता हूँ मेरी नहीं, ये भारत की बेटी है। कुछ इसके बारे देखिए। कैप्टन अमरिंदर सिंह जी को हाथ जोड़ कर कहता हूँ इसके ऊपर कार्रवाई कीजिए। ਸੋ ਰੋਂਦੇ ਬਿਖਲਾਉਂਦੇ ਮਾਂ-ਬਾਪ ਸਿਰਫ ਇਹੋ ਹੀ ਕਹਿੰਦੇ ਨੇ ਕਿ ਸਰਕਾਰਾਂ ਵੱਲੋਂ सारी जिंदगी का रोना, क्या करें हम, कहाँ ढूंढे अपनी बेटी को। ਦੇਖ ਸਕਦੇ ਜੇ ਕਿ ਬੇਟੀ ਦੀ ਤਸਵੀਰ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ। ਇਹ ਉਹ ਬੱਚੀ ਆ ਜਿਨਨੇ ਆਪਣੀ ਜਾਨ ਗਵਾ ਲਿੱਤੀ ਤੇ ਮਾਂ-ਬਾਪ ਅਣਜਾਣ ਰਹੇ। ਮਾਂ-ਬਾਪ ਨੂੰ ਉਦੋਂ ਪਤਾ ਲੱਗਾ ਜਦੋਂ ਇਸ ਬੇਟੀ ਦੀ ਜਾਨ ਚਲੀ ਗਈ। ਮਾਤਾ ਜੀ ਅਸੀਂ ਤੁਹਾਡੇ ਨਾਲ ਹਾਂ,
ਰੋਵੋ ਨਾ, ਕਿਉਂਕਿ ਇਹ ਯਾਦ ਤੇ ਜ਼ਰੂਰ ਆਉਂਦੀ ਹੋਏਗੀ। ਸਾਨੂੰ ਪਤਾ ਹੈ ਕਿ ਯਾਦ ਬੱਚੀ ਦੀ ਪਲ ਪਲ ਹੁਣ ਆਉਂਦੀ ਹੋਏਗੀ, ਤੇ ਉਹ ਯਾਦ ਜਿਹੜੀ ਆ ਉਹ ਉਦੋਂ ਤੱਕ ਰਹਿਣੀ ਹੈ ਜਦੋਂ ਤੱਕ ਤੁਸੀਂ ਰਹੋਗੇ, ਕਿਉਂਕਿ ਬੱਚਿਆਂ ਦੀ ਯਾਦ ਕਦੀ ਮਾਂ ਤੋਂ ਵੱਖ ਨਹੀਂ ਹੁੰਦੀ। ਬੱਚੇ ਚਾਹੇ ਹੋਣ ਤੇ ਪੈਸੇ ਨਾ ਹੋਣ। ਮੰਗ ਤੁਸੀਂ ਵੀ ਇੱਕ ਦੱਸੋ, ਕੀ ਕਰਦੇ ਜੀ? ਦੱਸੋ ਤੁਸੀਂ। ਨਹੀਂ, ਮਾਂ ਕੋ ਰੋਂਦੀਆਂ ਆਂਦਰਾਂ ਕੋ ਅਸੀਂ ਸੁਣਨਾ ਚਾਹੁੰਦੇ ਹਾਂ। ਕੀ ਇਨਸਾਫ, ਕੀ ਲੋਕਾਂ ਨੂੰ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਜਿਹੜੇ ਇਸ ਤਰ੍ਹਾਂ ਦੇ ਅਪਰਾਧ ਕਰ ਦਿੰਦੇ ਨੇ ਤੇ ਬਾਅਦ ਚੋਂ ਪੈਸੇ ਦੇ ਜ਼ੋਰ ਤੇ ਨਿਕਲ ਜਾਂਦੇ ਨੇ? ਦੇਖ ਸਕਦੇ ਜੇ ਕਿ ਮਾਂ ਕੋਲੋਂ ਬੋਲਿਆ ਤੱਕ ਨਹੀਂ ਜਾਂਦਾ ਪਿਆ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਗੁਜ਼ਰਦੇ ਪਏ ਆ, ਤੇ ਇਸ 'ਤੇ ਕੋਈ ਸ਼ੱਕ ਨਹੀਂ ਹੈ ਜਿਸ ਮਾਂ-ਬਾਪ ਦਾ ਜਵਾਨ ਬੱਚਾ ਜਿਹਨੂੰ ਉਂਗਲ ਫੜ ਕੇ ਚਲਾਇਆ ਹੋਵੇ, ਉਸ ਮਾਂ-ਬਾਪ ਦਾ ਬੱਚਾ ਜੇਕਰ ਹੱਥੋਂ ਚਲਾ ਜਾਂਦਾ ਹੈ ਤੇ ਫਿਰ ਅਸੀਂ ਇਹ ਜ਼ਰੂਰ ਕਵਾਂਗੇ ਕਿ ਕੋਈ ਵੀ ਬਚ ਨਹੀਂ ਸਕਦਾ। ਇਹ ਜਿਹੜੇ ਅਪਰਾਧੀ ਜਿਹੜੇ ਦੋਸ਼ ਕਰਕੇ ਤੇ ਨਿਕਲਣ ਦੀ ਕੋਸ਼ਿਸ਼ ਕਰਦੇ ਉਹ ਬਚ ਨਹੀਂ ਸਕਦੇ ਜੇਕਰ ਮਾਂ ਦੀਆਂ ਆਂਦਰਾਂ, ਜੇ ਪਿਓ ਦੀਆਂ ਆਂਦਰਾਂ ਕਿਸੇ ਨੇ ਤਾਈਆਂ ਹੋਣ ਤੇ ਉਹ ਕੋਈ ਬਾਹਰ ਨਹੀਂ ਨਿਕਲ ਸਕਦਾ। ਅਸੀਂ ਇਹ ਜ਼ਰੂਰ ਕਵਾਂਗੇ। ਇੱਕ ਵਾਰੀ ਫਿਰ ਕੈਮਰਾਮੈਨ ਤੁਹਾਨੂੰ ਇਹ ਤਸਵੀਰ ਦਿਖਾਏਗਾ ਕਿ ਬੱਚੀ ਦੇਖ ਸਕਦੇ ਜੀ ਕਿ ਕਿੰਨੀ ਸੋਹਣੀ ਫੋਟੋ ਵਿੱਚ ਲੱਗ ਰਹੀ ਹੈ, ਪਰ ਇਸ ਵੇਲੇ ਦੁੱਖ ਦੀ ਗੱਲ ਹੈ ਕਿ ਇਹ ਬੱਚੀ ਹੁਣ ਰਹੀ ਨਹੀਂ ਆ, ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮਾਂ-ਬਾਪ ਸਿਰਫ ਤੇ ਸਿਰਫ ਇਹੋ ਹੀ ਹੁਣ ਅਰਦਾਸ ਕਰਦੇ ਨੇ ਰੱਬ ਦੇ ਅੱਗੇ ਵੀ, ਤੇ ਸਰਕਾਰਾਂ ਨੂੰ ਵੀ ਇਹ ਕਹਿੰਦੀਆਂ ਨੇ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਇਹ ਕਰਮ ਕੀਤਾ, ਜਿਨ੍ਹਾਂ ਨੇ ਇਸ ਬੇਟੀ ਦੀ ਜਾਨ ਲਿੱਤੀ ਹੈ। ਬੇਟੀ ਨੇ ਚਾਹੇ ਖੁਦ ਖਾਧਾ, ਪਰ ਉਤਸ਼ਾਹਿਤ ਕੀਤਾ। ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ, ਕਿਸ ਤਰੀਕੇ ਦੇ ਨਾਲ ਇਸ ਬੇਟੀ ਦੀ ਜਾਨ ਗਈ ਆ, ਇਸ ਦਾ ਅੰਦਾਜ਼ਾ ਤੁਸੀਂ ਇਹ ਮਾਂ-ਬਾਪ ਦੀਆਂ ਗੱਲਾਂ ਸੁਣ ਕੇ ਹੀ ਲਗਾ ਸਕਦੇ ਹੋ। ਪੁਲਿਸ ਅਧਿਕਾਰੀ ਦੇ ਨਾਲ ਅਸੀਂ ਗੱਲਬਾਤ ਕਰਕੇ ਦੇਖਾਂਗੇ ਕਿ ਮਾਮਲਾ ਕੀ ਦਰਜ ਕੀਤਾ। ਉਸ ਨੌਜਵਾਨ ਨੂੰ ਫੜਾ ਦਿੱਤਾ ਹੋ ਗਿਆ ਹੋਇਆ ਕਿ ਹਜੇ ਤੱਕ ਨਹੀਂ ਫੜੇ ਗਏ? 4 ਦਿਨ ਪਹਿਲੇ ਮੈਂ ਤੇ ਏਐਸਆਈ ਕਾਬਲ ਸਿੰਘ ਜੀ ਨਾਲ ਗਿਆ। ਉਹਨਾਂ ਦੀ ਟੀਮ ਹੋਟਲ ਨੰਦਾ ਦੇ ਵਿੱਚ ਰੇਡ ਮਾਰ ਕੇ ਅਸੀਂ ਮੁੰਡੇ ਨੂੰ ਅਰੈਸਟ ਕਰ ਲਿਆ ਸੀ ਜੀ। ਉਸ ਤੋਂ ਬਾਅਦ ਮੈਨੂੰ ਕਿਸੇ ਦਾ ਨਾਂ ਨਹੀਂ ਸਾਹਮਣੇ ਆਇਆ। ਕਿਸੇ ਨੇ ਮੈਨੂੰ ਦੱਸਿਆ ਕਿ ਇਹ ਮਿਨਿਸਟਰਾਂ ਦੀ ਦਿੱਲੀ ਤੋਂ ਵੀ ਫੋਨ ਕਰਵਾ ਰਹੇ ਸਿਫਾਰਸ਼ਾਂ ਦੀ, ਚਾਹੇ ਉਹ ਬੀਜੇਪੀ ਦੇ ਹੋਣ, ਕਾਂਗਰਸ ਦੇ ਹੋਣ। ਇਸ ਨੇ ਆਪ ਇੰਨੀ ਕੁ ਬਕਵੀ ਲਗਾ ਕੇ ਕਿ ਮੇਰੇ ਮੁੰਡੇ ਦਾ ਪਰਚਾ ਰੁਕ ਜਾਵੇ। ਲੇਕਿਨ ਏਐਸਆਈ ਕਾਬਲ ਸਿੰਘ ਜੀ ਜਿਹੜੇ ਨੇ ਬਹੁਤ ਮਦਦ ਕਰ ਰਹੇ, ਮੇਰੀ ਤਾਰੀਫ ਦੇ ਲਾਇਕ ਇਨਸਾਨ ਹੈ। ਮੈਂ ਦਿਲੋਂ ਉਹਨਾਂ ਨੂੰ ਸਲੂਟ ਕਰਦਾ। ਬੱਚਾ ਉਹ ਜਿਹੜਾ ਲੜਕਾ ਵਾ ਉਹ ਪੁਲਿਸ ਦੀ ਹਿਰਾਸਤ ਵਿੱਚ ਵਾ ਕਿ ਬਾਹਰ ਕਿਸੇ ਮਿਨਿਸਟਰ ਦੀ ਜ਼ਮਾਨਤ ਦੇ ਉੱਤੇ ਉਹਨੂੰ ਬਾਹਰ ਕੱਢਿਆ ਗਿਆ ਹੈ। ਇਹ ਏਐਸਆਈ ਕਾਬਲ ਸਿੰਘ ਉਹਨਾਂ ਨੂੰ ਇਸ ਬਾਰੇ ਜਾਣਕਾਰੀ। ਬਿਲਕੁਲ, ਅਸੀਂ ਏਐਸਆਈ ਕਾਬਲ ਸਿੰਘ ਜਾਂ ਫਿਰ ਉਹਨਾਂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਸੀਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਮਾਮਲਾ ਹੈ ਉਹ ਸਾਰਾ ਮਾਮਲਾ ਕੀ ਹੈ ਤੇ ਕਾਰਵਾਈ, ਜੇਕਰ ਕਾਰਵਾਈ ਦੀ ਗੱਲ ਕਰੀਏ ਤੇ ਕਾਰਵਾਈ ਕਿੱਥੋਂ ਤੱਕ ਅਮਲ ਦੇ ਵਿੱਚ ਲਿਆਂਦੀ ਗਈ ਹੈ। ਇਹ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖ ਲੈਣੇ। ਸਰ, ਸਭ ਤੋਂ ਪਹਿਲੇ ਦੱਸੋ ਕਿ ਮਾਮਲਾ ਕੀ ਸੀ? ਮਾਮਲਾ ਇਹ ਮੈਨੂੰ 3 ਤਰੀਕ ਨੂੰ ਸਵੇਰੇ 7-8 ਵਜੇ ਅਮਨ ਵਰਮਾ ਮੇਰੇ ਕੋਲ ਆਏ ਆ। ਇਹਨਾਂ ਨੇ ਦੱਸਿਆ ਮੇਰੀ ਲੜਕੀ ਸਪਨਾ ਜਿਹੜੀ ਉਹ ਰਾਤ ਜ਼ਹਿਰੀਲੀ ਚੀਜ਼ ਖਾ ਲਈ ਆ। ਜ਼ਹਿਰੀਲੀ ਚੀਜ਼ ਖਾਣ ਦੇ ਨਾਲ ਉਹ ਇੱਕਦਮ ਬੇਹੋਸ਼ ਹੋ ਕੇ ਉਹਨਾਂ ਨੇ ਗੁਰੂ ਨਾਨਕ ਹਸਪੀਟਲ ਲਿਆਂਦਾ। ਗੁਰੂ ਨਾਨਕ ਹਸਪੀਟਲ ਲਿਆ ਕੇ ਇਹਨਾਂ ਨੂੰ ICU ਦਾਖਲ ਕਰਾਤਾ ਤੇ ਵੈਂਟੀਲੇਟਰ ਤੇ ਰੱਖਤਾ। ਤਕਰੀਬਨ 10 ਤਰੀਕ ਤੱਕ ਵੈਂਟੀਲੇਟਰ ਤੇ ਰਹੀ ਲੜਕੀ। ਮੈਂ ਰੋਜ਼ ਡਾਕਟਰ ਸਾਹਿਬ ਕੋਲ ਇਹਨਾਂ ਦੀ ਅਨਫਿਟ ਰਿਪੋਰਟ ਲਿਖਾਉਂਦਾ ਰਿਹਾ ਤੇ 10 ਤਰੀਕ ਨੂੰ ਇਹ ਲੜਕੀ ਨੂੰ ਲੈ ਗਏ IVI ਹਸਪਤਾਲ ਤੇ 7 ਤਰੀਕ ਨੂੰ ਇਹਨਾਂ ਦਾ ਫੋਨ ਆ ਗਿਆ ਹਸਪੀਟਲ ਚੋਂ ਵੀ ਲੜਕੀ ਡੈਥ ਹੋ ਗਈ ਆ। ਮੈਂ ਉੱਥੇ ਪਹੁੰਚਿਆ, ਮੌਕੇ ਤੇ ਨਕਸ਼ਾ ਬਣਾਇਆ, ਜੋ ਵੀ ਕਾਰਵਾਈ ਸਾਡੀ ਬਣਦੀ ਉਹ ਕੀਤੀ ਆ। ਕਿਹਦੇ ਵੱਲੋਂ ਕਿਹਾ ਜਾਂਦਾ? ਨੌਜਵਾਨ ਦਾ ਕੀ ਨਾਮ ਸੀ? ਉਹ ਕਿੱਥੋਂ ਦਾ ਰਹਿਣ ਵਾਲਾ ਜਿਹਦੇ ਖਿਲਾਫ ਇਹਨਾਂ ਨੇ? ਇਹ ਸ਼ਿਵ ਨੰਦਾ ਵਾ, ਇਹ ਬਸੰਤ ਐਵਨਿਊ ਦਾ ਰਹਿਣ ਵਾਲਾ ਵਾ, ਗਰੀਨ ਐਵਨਿਊ ਦਾ ਰਹਿਣ ਵਾਲਾ ਵਾ। ਤੇ ਇਹਦੇ ਨਾਲ ਕੋਈ ਸਾਲ ਕੁ ਪਹਿਲਾਂ ਕੋਈ ਲਵ ਦਾ ਚੱਕਰ ਚੱਲਦਾ ਇਹਨਾਂ ਦਾ। ਸੁਸਾਈਡ ਨੋਟ ਕੋਈ ਮਿਲਿਆ? ਹਾਂ, ਸੁਸਾਈਡ ਨੋਟ ਮਿਲਿਆ। ਉਹਦੇ ਕੀ ਲਿਖਿਆ ਸੀ? ਉਹਦੇ ਵਿੱਚ ਇਹਨਾਂ ਨੇ ਅੰਗਰੇਜ਼ੀ 'ਚ ਲਿਖਿਆ ਵੀ ਮੈਂ ਇਹਦਾ ਵਿਆਹ ਕਰਾਉਣਾ ਚਾਹੁੰਦਾ ਸੀ, ਮੈਂ ਪੱਕਾ ਸੱਚਾ ਪਿਆਰ ਕਰਦੀ ਸੀ। ਉਹਨੇ ਮੈਨੂੰ ਵਿਆਹ ਤੋਂ ਨਾ ਕਰਤੀ ਆ ਤੇ ਇਹ ਤੋਂ ਦੁਖੀ ਹੋ ਕੇ ਮੈਂ ਸੁਸਾਈਡ ਕਰ ਰਹੀ ਹਾਂ ਤੇ ਇਹਦਾ ਜ਼ਿੰਮੇਵਾਰ ਸ਼ਿਵ ਨੰਦਾ। ਤੇ ਉਹਦੇ ਪਿਤਾ ਦਾ ਵੀ ਨਾਮ ਲਿਖਿਆ ਹੋਇਆ ਕੋਈ ਵਿੱਚ? ਹਾਂ, ਪਿਤਾ ਦਾ ਨਾਮ ਵੀ ਲਿਖਿਆ ਹੈ ਜਗੇਸ਼। ਸਰ, ਪਰਿਵਾਰਿਕ ਮੈਂਬਰ ਵੱਲੋਂ ਕਿਹਾ ਜਾ ਰਿਹਾ ਕਿ ਉਸ ਰਾਤ ਹੀ 2 ਵਜੇ ਰਾਤ ਨੂੰ ਸ਼ਿਵਮ ਨੰਦਾ ਇੱਥੇ ਪਹੁੰਚੇ ਸੀ ਤੇ ਇਹਨੂੰ ਡੱਬੀ ਵਿੱਚ ਗੋਲੀਆਂ ਫੜਾ ਕੇ ਗਿਆ ਸੀ ਤੇ ਇਹਨੂੰ ਉਤਸ਼ਾਹਿਤ ਕੀਤਾ ਸੀ ਕਿ ਤੂੰ ਮਰ ਜਾ। ਨਹੀਂ, ਇਹਦੇ ਬਾਰੇ 'ਚ ਨਹੀਂ ਕੋਈ ਕਲੀਅਰ ਹੋਇਆ ਵੀ ਡੱਬੀ 'ਚ ਗੋਲੀਆਂ ਪਾਈਆਂ ਨਹੀਂ ਪਾਈਆਂ। ਤੇ ਕੋਈ ਹਿਰਾਸਤ ਵਿੱਚ ਲਿੱਤਾ ਗਿਆ ਹੁਣ ਤੱਕ? ਨਹੀਂ, ਹਿਰਾਸਤ ਲਿਆ। ਅੱਜ ਹੁਣ ਪੋਸਟਮਾਰਟਮ ਕਰਾ ਕੇ ਤੇ ਹਿਰਾਸਤ ਲਿਆ ਜਾਊਗਾ। ਸੋ ਬਹੁਤ ਬਹੁਤ ਧੰਨਵਾਦ। ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਮੁਤਾਬਕ ਕਿਹਾ ਗਿਆ ਕਿ ਹਿਰਾਸਤ ਵਿੱਚ ਅੱਜ ਲੈ ਲਿੱਤਾ ਜਾਏਗਾ। ਪਰ ਇੱਥੇ ਸਵਾਲ ਇਹ ਉੱਠ ਰਿਹਾ ਕਿ ਆਖਿਰਕਾਰ
ਇਸ ਬੇਟੀ ਨੂੰ ਆਤਮ ਹੱਤਿਆ ਕਰਨੀ ਕਿਉਂ ਪਈ। ਜੇਕਰ ਇਸ ਤਰ੍ਹਾਂ ਦਾ ਸੁਸਾਈਡ ਨੋਟ ਲਿਖਦੀ ਹੈ ਬੇਟੀ ਕਿ ਮੈਂ ਆਪਣੇ ਪਿਤਾ ਨੂੰ ਉਹ ਗੱਲਾਂ ਨਹੀਂ ਦੱਸ ਸਕਦੀ ਜਿੰਦੇ ਜੀ, ਜਿਹੜੀਆਂ ਗੱਲਾਂ ਉਹ ਮਰਨ ਤੋਂ ਬਾਅਦ ਲੈ ਕੇ ਗਈ ਹੈ, ਇਸ ਤਰ੍ਹਾਂ ਦਾ ਕੀ ਅਸੀਂ ਕਹਿ ਸਕਦੇ ਕਿ ਕੀ ਵੱਧ ਤੋਂ ਵੱਧ ਉਹਨੇ ਕਰਨ ਦੀ ਕੋਸ਼ਿਸ਼ ਕੀਤੀ, ਕਿਆ ਉਹਨੂੰ ਹਿਰਾਸ ਇੰਨਾ ਕੀਤਾ ਕਿ ਉਹ ਮੌਤ ਦੇ ਘਾਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਪਹੁੰਚ ਗਈ। ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਵੀ ਮਾਂ-ਬਾਪ ਦੇ ਨਾਲ ਵੀ ਗੱਲਬਾਤ ਕੀਤੀ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਦੋਂ ਤੱਕ ਇਹਨਾਂ ਨੂੰ ਖੁੱਲ੍ਹਾ ਇਨਸਾਫ ਦਿੱਤਾ ਜਾਂਦਾ ਹੈ ਤੇ ਕਦੋਂ ਤੱਕ ਜਿਹੜੇ ਦੋਸ਼ੀ ਨੇ ਉਹਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਪਹੁੰਚਦੇ ਨੇ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਜਿਹੜੀ ਤਸਵੀਰ ਤੁਸੀਂ ਦੇਖ ਰਹੇ ਜੇ, ਇਸ ਲੜਕੀ ਦਾ